ਇੱਕ ਨਵਾਂ ਮਸਲਾ ਜਿਹੜਾ ਵੇ ਉਹ ਕਿਸਾਨਾਂ ਦੇ ਮੁਤਲਕ ਹੈ। ਪਾਕਿਸਤਾਨ ਦਾ ਕਿਸਾਨ ਜਿਹੜਾ ਹੈ ਉਹ ਆਪਣਾ ਜਿਹੜਾ ਖੂਨ ਪਸੀਨਾ ਕਰਕੇ ਸਾਡੇ ਵਾਸਤੇ ਗੰਦਮ ਉਗਾਉਂਦਾ ਹੈ ਔਰ ਫਿਰ ਅਸੀਂ ਪੂਰਾ ਮੁਲਕ ਉਹ ਗੰਦਮ ਖਾਂਦਾ ਹੈ। ਉਹ ਸਾਡਾ ਮੌਸਮ ਹੈ। ਧੁੱਪਾਂ ਦੇ ਵਿੱਚ, ਠੰਡ ਦੇ ਵਿੱਚ ਤੇ ਸੱਪਾਂ ਦੀਆਂ ਸਿਰੀਆਂ ਤੇ ਟੁਰ ਕੇ ਪਾਣੀ ਲਾ ਕੇ ਉਹ ਸਾਡੇ ਵਾਸਤੇ ਕਣਕਾਂ ਉਗਾਉਂਦਾ ਹੈ। ਤੇ ਇਹ ਕਣਕਾਂ ਜਦੋਂ ਪੱਕ ਜਾਂਦੀਆਂ ਨੇ ਤੇ ਫਿਰ ਗਵਰਨਮੈਂਟ ਕਹਿੰਦੀ ਕਿ ਇਹਦਾ ਮੁੱਲ ਕਿਸਾਨ ਨਹੀਂ ਮੈਂ ਪਾਵਾਂਗਾ। ਤੇ ਗਵਰਨਮੈਂਟ ਦੇ ਲੋਕ ਹੋਰ ਕਿਸੇ ਸ਼ੈ ਦਾ ਮੁੱਲ ਨਹੀਂ ਲਾਉਂਦੇ। ਦੁਨੀਆ ਦੀ ਕੋਈ ਚੀਜ਼ ਜੇ ਕੱਪੜਾ ਬਣਾਉਂਦਾ ਕੋਈ ਬੰਦਾ ਤੇ ਉਹਦੀ ਕਾਸਟ ਪੂਰੀ ਉਹ ਆਪ ਕੱਢਦਾ ਹੈ, ਉਹਨੂੰ ਹੱਕ ਦਿੱਤਾ ਜਾਂਦਾ। ਫਿਰ ਉਹ ਮਾਰਕੀਟ 'ਚ ਕਰਦਾ ਕਿ ਜਨਾਬ ਮੈਂ ਇੰਨੇ ਦਾ ਕੱਪੜਾ ਵੇਚਾਂਗਾ। ਜੇ ਕੋਈ ਜੁੱਤੀ ਬਣਾਉਂਦਾ ਤੇ ਉਹ ਮਾਰਕੀਟ 'ਚ ਲੈ ਕੇ ਕਹਿੰਦਾ ਕਿ ਮੈਂ ਇੰਨੇ ਦੀ ਜੁੱਤੀ ਵੇਚਾਂ। ਜੇ ਕੋਈ ਹੋਰ ਸ਼ੈ ਫਰਨੀਚਰ ਬਣਾਉਂਦਾ ਤੇ ਉਹ ਵੀ ਇੰਜ ਕਰਦਾ। ਜੇ ਕੋਈ ਜ਼ਰੂਰਤ ਦੀਆਂ ਬਾਕੀ ਸ਼ੈਵਾਂ ਜਿਹੜੀਆਂ ਨੇ ਉਹ ਵੀ ਇੰਝ ਹੀ ਹੁੰਦੀਆਂ। ਇੱਥੇ ਤਾਂ ਇਹ ਵੀ ਵੇਖਿਆ ਗਿਆ ਵੇ ਕਿ ਇੱਕ ਪਾਸੇ ਇੱਕ ਸ਼ੈ ਜਿਹੜੀ ਹੈ 100 ਰੁਪਏ ਦੀ ਮਿਲਦੀ ਪਈ ਤੇ ਦੂਜੀ ਦੁਕਾਨ ਦੇ ਉੱਤੇ ਉਹ 1000 ਰੁਪਏ ਦੀ ਮਿਲਦੀ ਪਈ ਹੈ ਬ੍ਰਾਂਡ ਕਰਕੇ ਚੀਜ਼ ਉਹੀ। ਤੇ ਇਹ ਸੂਰਤ ਹਾਲ ਦੇ ਵਿੱਚ ਕਿਸਾਨ ਇੱਕ ਐਸਾ ਬਚਿਆ ਵੇ ਬੰਦਾ ਕਿ ਗਵਰਨਮੈਂਟ ਦਾ ਜਿਹਦੇ ਤੇ ਵੱਸ ਚੱਲਦਾ ਹੈ ਤੇ ਹਰ ਸਾਲ ਉਹਨੂੰ ਜ਼ਿਬਾ ਕਰਦੀ। ਗਵਰਨਮੈਂਟ ਕੀ ਕਰਦੀ ਹੈ, ਉਹਨੂੰ ਕਹਿੰਦੀ ਕਿ ਫਸਲ ਤੂੰ ਜ਼ਰੂਰ ਉਗਾਈ, ਖਰਚਾ ਤੂੰ ਆਪਣੀ ਜੇਬ ਤੋਂ ਕੀਤਾ ਹੈ, ਪਰ ਇਸ ਫਸਲ ਦੀ ਜਿਹੜੀ ਕੀਮਤ ਹੈ ਉਹਦਾ ਤਯਨ ਮੈਂ ਕਰਨਾ। ਤੇ ਫਿਰ ਗਵਰਨਮੈਂਟ ਮੁਸਲਸਲ ਇਹ ਜਦੋਂ ਸਲੂਕ ਕਰੇਗੀ ਤੇ ਅਸੀਂ ਵੇਖਿਆ ਕਿ ਪਹਿਲੇ ਕਪਾਹ ਦੇ ਜਿਹੜੇ ਕਾਸ਼ਤਕਾਰ ਸਨ ਉਹਨਾਂ ਨੇ ਕਪਾਹ ਬੀਜਣੀ ਬੰਦ ਕਰ ਦਿੱਤੀ। ਗਵਰਨਮੈਂਟ ਨੇ ਮਿੰਨਤਾਂ ਤਰਲੇ ਕਰਕੇ ਪਿਛਲੇ ਸਾਲ ਕਪਾਹ ਦਾ ਕਾਸ਼ਤਾ ਏਰੀਆ ਜਿਹੜਾ ਹੈ ਉਹ ਵਧਾਇਆ। ਜਿਹੜੇ ਗੰਦਮ ਵਾਲੇ ਕਾਸ਼ਤਕਾਰ ਨੇ ਉਹਨਾਂ ਨਾਲ ਵੀ ਇਹ ਸਲੂਕ ਸ਼ੁਰੂ ਹੋਇਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੇ ਜਿਹੜੇ ਪਾਲਿਸੀ ਬਣਾਉਣ ਵਾਲੇ ਲੋਕ ਨੇ ਇਹ ਉਹਨਾਂ ਦਾ ਕਸੂਰ ਹੈ ਜਾਂ ਹਕੂਮਤ ਦੇ ਵਿੱਚ ਉਹ ਨੂਨ ਗੁੰਨੇ ਜਿਹੜੇ ਆਉਂਦੇ ਨੇ ਜਿਨ੍ਹਾਂ ਨੂੰ ਅੱਗੇ ਪਿੱਛੇ ਦਾ ਕੋਈ ਪਤਾ ਨਹੀਂ ਹੈਗਾ ਕਿ ਕਿਸਾਨ ਦੀ ਜ਼ਿੰਦਗੀ ਕਿਵੇਂ ਵੇ, ਮੁਲਕ ਦੀ ਫੂਡ ਸਿਕਿਉਰਿਟੀ ਕੀ ਹੈ। ਪਿਛਲੇ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਮੇਰਾ ਹੋਸ਼ ਹੈ ਕਿ ਪਿਛਲੇ 35-40 ਸਾਲ ਤੋਂ ਜਿਹੜੀਆਂ ਹਕੂਮਤਾਂ ਮੈਂ ਵੇਖੀਆਂ ਨੇ, ਮੈਂ ਸਟੱਡੀ ਕੀਤਾ ਕਿ ਉਹਨਾਂ ਨੇ ਮੁਲਕ ਦੇ ਵਿੱਚ ਜਿਹੜੇ ਗੰਦਮ ਦੇ ਜ਼ਖੀਰਾ ਕਰਨ ਦੀ ਗੁੰਜਾਇਸ਼ ਹੈ ਉਹ ਵਧਾਈ। ਇਹ ਪੀਪਲਸ ਪਾਰਟੀ ਦੀ ਜਦੋਂ ਗਵਰਨਮੈਂਟ ਆਈ ਸੀ 2008 ਦੀ ਤੇ ਨਜ਼ਰ ਮੁਹੰਮਦ ਗੋਂਦਲ ਉਦੋਂ ਵਜ਼ੀਰ ਇਤਲਾ ਬਣੇ ਸਨ ਵਜ਼ਰਾਤ ਦੇ। ਮੈਨੂੰ ਉਹਨਾਂ ਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਤੇ ਖੈਰ ਉਹ ਨਵੇਂ ਨੂੰ ਵੀ ਹਲੇ ਵਜ਼ੀਰ ਜ਼ਰਾਤ ਬਣੇ ਸਨ, ਉਹਨਾਂ ਨੂੰ ਨਹੀਂ ਸੀ ਇਸ ਗੱਲ ਦਾ ਪਤਾ। ਪਰ ਜਦੋਂ ਨਵੇਂ ਮੈਂ ਫੈਕਟ ਹੋਣ ਚੈੱਕ ਕੀਤੇ ਨੇ ਤੇ ਉਹ ਉਹੀ ਨੇ। ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੇ ਵਜ਼ੀਰ ਜ਼ਰਾਤ ਬਣੇ ਤੇ ਚਲੋ ਤੁਹਾਨੂੰ ਨਹੀਂ ਪਤਾ, ਪਰ ਤੁਸੀਂ ਮੁਲਕ ਦੇ ਵਿੱਚ ਗੰਦਮ ਜ਼ਖੀਰਾ ਕਰਨ ਦੀ ਜਿਹੜੀ ਗੁੰਜਾਇਸ਼ ਹੈ ਇਹਨੂੰ ਵਧਾਓ, ਕਿਉਂਕਿ ਅਫਗਾਨਿਸਤਾਨ ਔਰ ਰੂਸ ਔਰ ਵਸਤ ਏਸ਼ੀਆ ਦੀਆਂ ਰਿਆਸਤਾਂ ਨੂੰ ਗੰਦਮ ਔਰ ਆਟਾ ਦੇਣ ਦੀ ਵਜ੍ਹਾ ਨਾਲ ਹਰ ਸਾਲ ਸਾਡੇ ਹਾਂ ਇੱਕ ਬੁਹਰਾਨ ਪੈਦਾ ਹੁੰਦਾ ਹੈ ਤੇ ਉਹਨੂੰ ਟੈਕਲ ਕਰਨ ਵਾਸਤੇ ਸਾਡੇ ਕੋਲ ਮਹਿਫੂਜ਼ ਜ਼ਖਾਇਰ ਹੋਣੇ ਚਾਹੀਦੇ। ਉਹਨਾਂ ਵਾਅਦਾ ਵੀ ਕੀਤਾ। ਉਸ ਤੋਂ ਬਾਅਦ ਵੀ ਕਈ ਵਜ਼ੀਰ ਆਏ, ਖੁਰਾਕ ਦੇ ਕਈ ਹਕੂਮਤਾਂ ਆਈਆਂ ਤੇ ਮੈਂ ਲਿਖਣ ਰਾਹੀਂ ਉਹਨਾਂ ਸਭ ਨੂੰ ਇਹ ਯਾਦ ਦਹਾਨੀ ਕਰਾਈ, ਲੇਕਿਨ ਕੁਝ ਨਹੀਂ ਹੋਇਆ। ਔਰ ਹੁਣ ਜਦੋਂ ਮੈਂ ਫੈਕਟ ਚੈੱਕ ਕੀਤੇ ਨੇ ਤੇ ਪਾਕਿਸਤਾਨ ਦੇ ਕੋਲ 5.2 ਮਿਲੀਅਨ ਮੈਟਰਿਕ ਟਨ ਗੰਦਮ ਜ਼ਖੀਰਾ ਕਰਨ ਦੀ ਗੁੰਜਾਇਸ਼ ਹੈ। 5.2 ਮਿਲੀਅਨ ਮੈਟਰਿਕ ਟਨ। ਪਾਕਿਸਤਾਨ ਇਸ ਦਫਾ ਯਾਨੀ 2024 ਦੇ ਵਿੱਚ ਜਿਹੜੀ ਗੰਦਮ ਦੀ ਮੁਤਵੱਕੇ ਪੈਦਾਵਾਰ ਹੈਗੀ ਉਹ ਹੈਗੀ ਹੈ ਜਨਾਬ 32 ਕੁਛ ਮਿਲੀਅਨ ਮੈਟਰਿਕ ਟਨ। ਔਰ ਪਾਕਿਸਤਾਨ ਦੀ ਜਿਹੜੀ ਜ਼ਰੂਰਤ ਹੈ ਗੰਦਮ ਯਾਨੀ ਪਾਕਿਸਤਾਨ ਦੇ ਲੋਕ ਸਾਲ ਦੇ ਵਿੱਚ ਜਿਹੜੀ ਇਸਤੇਮਾਲ ਕਰ ਸਕਦੇ ਨੇ ਆਟੇ ਵਾਸਤੇ ਗੰਦਮ ਜਾਂ ਹੋਰ ਕਿਸੇ ਕੰਮ ਵਾਸਤੇ, ਉਹ 26 ਮਿਲੀਅਨ ਮੈਟਰਿਕ ਟਨ ਗੰਦਮ। ਇਹਦਾ ਮਤਲਬ ਇਹ ਕਿ ਪਾਕਿਸਤਾਨ ਕੋਲ ਹਾਲੇ ਵੀ 8-9 ਮਿਲੀਅਨ ਮੈਟਰਿਕ ਟਨ ਗੰਦਮ ਇਜ਼ਾਫੀ ਇਸ ਸਾਲ ਦੀ ਤੇ ਹਾਲੇ ਸਾਡੇ ਗੋਦਾਮਾਂ ਦੇ ਵਿੱਚ ਪਿਛਲੇ ਸਾਲ ਦੀ ਵੀ ਗੰਦਮ ਪਈ। ਪ੍ਰਾਈਵੇਟ ਸੈਕਟਰ ਕੋਲ ਗੰਦਮ ਪਈ ਹੈ ਜਿਹੜੀ ਇੰਪੋਰਟ ਕੀਤੀ ਗਈ ਸੀ ਤੇ ਗਵਰਨਮੈਂਟ ਇਹੀ ਕਹਿੰਦੀ ਕਿ ਜਨਾਬ ਸਾਡੇ ਕੋਲ ਪਿਛਲੇ ਸਾਲ ਦੀ ਗੰਦਮ ਪਈ ਹੈ ਤੇ ਹੁਣ ਇਹ ਨਵੀਂ ਫਸਲ ਵੀ ਬਹੁਤੀ ਹੋ ਗਈ ਹੈ ਤੇ ਇਸ ਵਾਸਤੇ ਅਸੀਂ ਇਹਦੀ ਕੀਮਤ ਘੱਟ ਕਰਾਂਗੇ। ਕੋਈ ਇਹਨਾਂ ਨੂੰ ਸਮਝਾਵੇ ਕਿ ਜੇ ਤੁਹਾਡੇ ਕੋਲ ਫਸਲ ਬਹੁਤੀ ਹੋ ਗਈ ਹੈ ਤੇ ਬਜਾਏ ਇਹਦੇ ਕਿ ਤੁਸੀਂ ਕਿਸਾਨ ਨੂੰ ਜ਼ਿਬਾ ਕਰਨਾ ਸ਼ੁਰੂ ਕਰ ਦਿਓ, ਉਹਦੀ ਕੀਮਤ ਘੱਟ ਕਰ ਦਿਓ
ਔਰ ਫਿਰ ਉਹ ਬਦਦਿਲ ਹੋ ਕੇ ਅਗਲੇ ਸਾਲ ਗੰਦਮ ਘੱਟ ਲਾਵੇਗਾ। ਫਿਰ ਉਹਦਾ ਨਤੀਜਾ ਇਹ ਹੋਵੇਗਾ ਕਿ ਉਸ ਸਾਲ ਗੰਦਮ ਘੱਟ ਪੈਦਾ ਹੋਵੇਗੀ ਤੇ ਫਿਰ ਤੁਸੀਂ ਬਾਹਰੋਂ ਖਰੀਦੋਗੇ ਮਹਿੰਗੀ। ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋਣਗੇ, ਉਹਨਾਂ ਨੂੰ ਆਟਾ ਮਜ਼ੀਦ ਮਹਿੰਗਾ ਮਿਲੇਗਾ। ਤੇ ਤੁਸੀਂ ਇਹਦਾ ਪ੍ਰਬੰਧ ਇਹ ਕਿਉਂ ਨਹੀਂ ਕਰਦੇ ਕਿ ਜਿਹੜੀ ਇਜ਼ਾਫੀ ਗੰਦਮ ਤੁਹਾਡੇ ਕੋਲ ਆ ਗਈ ਹੈ, ਕਿਸਾਨ ਨੂੰ ਕੀਮਤ ਦਿਓ ਚੰਗੀ, ਔਰ ਉਹ ਗੰਦਮ ਜਾਂ ਤਾਂ ਗੰਦਮ ਦੀ ਸ਼ਕਲ ਦੇ ਵਿੱਚ ਬਾਹਰ ਵੇਚ ਦਿਓ ਜਾਂ ਫਿਰ ਉਹਦਾ ਆਟਾ ਬਣਾ ਕੇ ਤੇ ਫਿਰ ਐਕਸਪੋਰਟ ਕਰ ਦਿਓ। ਸੋ ਇਹ ਤੁਹਾਨੂੰ ਇੱਕ ਵੈਲਿਊ ਐਡਿਡ ਜਿਹੜੀ ਪ੍ਰੋਡਕਟ ਹੈ ਉਹ ਵੀ ਬਣ ਜਾਏਗੀ ਤੁਹਾਡੀ, ਅਗਰ ਕੁਝ ਸੋਚੇ ਤਾਂ ਫਿਰ ਇਹਨਾਂ ਇਸ ਦੂਸਰੇ ਪਾਸੇ ਕਿਸਾਨਾਂ ਦੀ ਹਾਲਤ ਦਾ ਜੇ ਤੁਸੀਂ ਗੌਰ ਕਰੋ, ਕਿਸਾਨ ਜਿਹੜੀ ਜ਼ਮੀਨ ਦੀ ਬੁਆਈ ਕਰਦੇ ਨੇ, ਜ਼ਮੀਨ ਦੀ ਤਿਆਰੀ ਕਰਦੇ ਨੇ, ਉਹਦੇ ਉੱਤੇ ਜਿਹੜੇ ਖਰਚੇ ਆਉਂਦੇ ਨੇ, ਪੈਸਟੀਸਾਈਡ ਦੇ ਖਰਚੇ ਆਉਂਦੇ ਨੇ, ਬੀਜ ਦੇ ਖਰਚੇ ਆਉਂਦੇ ਨੇ, ਪਾਣੀ ਦੇ ਉੱਤੇ ਖਰਚੇ ਆਉਂਦੇ ਨੇ, ਫਿਰ ਕਿਸਾਨ ਦੀ ਆਪਣੀ ਮਿਹਨਤ ਪਾਲੇ ਦੇ ਵਿੱਚ, ਧੁੱਪਾਂ ਦੇ ਵਿੱਚ, ਮੀਂਹਾਂ ਦੇ ਵਿੱਚ ਉਹ ਫਸਲ ਦੀ ਹਿਫਾਜ਼ਤ ਕਰਦਾ ਹੈ, ਉਹਦੀ ਦੇਖਭਾਲ ਕਰਦਾ ਹੈ, ਤੇ ਫਿਰ ਜਾ ਕੇ ਜਨਾਬ ਇਹ ਗੰਦਮ ਦੇ ਸੁਨਹਿਰੀ ਜਿਹੜੇ ਖੋਸ਼ੇ ਨੇ ਨਾ, ਇਹ ਸਾਨੂੰ ਵੇਖਣ ਨੂੰ ਮਿਲਦੇ ਨੇ। ਇਹ ਜਿਹੜੇ ਸਾਡੇ ਹੁਕਮਰਾਨ ਜਾ ਕੇ ਨੁਮਾਇਸ਼ੀ ਦੀਆਂ ਦਾਤਰੀਆਂ ਫੜਦੇ ਨੇ ਤੇ ਉਹ ਗੰਦਮ ਵੱਢ ਕੇ ਦੋ ਤੀਲੇ ਤੇ ਸਾਨੂੰ ਦੱਸਦੇ ਨੇ ਕਿ ਜਨਾਬ ਅਸੀਂ ਗੰਦਮ ਦੀ ਕਟਾਈ ਦੀ ਜਿਹੜੀ ਤਕਰੀਬ ਹੈ ਇਹ ਜਨਾਬ ਕਰ ਦਿੱਤੀ ਹੈ ਤੇ ਹੁਣ ਤੁਸੀਂ ਵੀ ਵੱਢੋ। ਤੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਜ਼ਰਾ ਬਾਹਰ ਨਿਕਲ ਕੇ ਤਾਂ ਵੇਖੋ ਕਿ ਗੰਦਮ ਵੱਢਣੀ ਕਿੱਡੀ ਸੌਖੀ ਜਾਂ ਕਿੱਡੀ ਔਖੀ। ਸੋ ਇਹ ਗੱਲ ਹੈ ਕਿ ਕਿਸਾਨ ਜਿਹੜਾ ਹੈ ਉਹਦਾ ਪੁਰਸਾਨੇ ਹਾਲ ਕੋਈ ਨਹੀਂ। ਇਹ ਅਮੂਮੀ ਜੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਮੈਂ ਗੱਲ ਤੁਹਾਡੇ ਨਾਲ ਹੋਰ ਕਰ ਦਿੰਦਾ। ਉਹ ਗੱਲ ਹੈ ਕਿ ਮੈਂ ਸਟੱਡੀ ਕੀਤਾ ਕਿ ਜਿਹੜੀਆਂ ਪਿਛਲੇ ਕੁਝ ਅਰਸੇ ਦੀਆਂ ਪਾਲਿਸੀਆਂ ਨੇ, ਖਾਸ ਤੌਰ 'ਤੇ ਪਿਛਲੇ 2.5-2 ਸਾਲ ਦੀਆਂ ਪਾਲਿਸੀਆਂ, ਉਹਦੇ ਵਿੱਚ ਕਿਸਾਨ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਪੀਡੀਐਮ ਦੀ ਗਵਰਨਮੈਂਟ ਨੇ ਤੇ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹਦਾ ਵੀ ਇਹੀ ਵਤੀਰਾ ਹੈ। ਇਹੀ ਵਜ੍ਹਾ ਹੈ ਕਿ ਪੀਡੀਐਮ ਦੀ ਜਦੋਂ ਗਵਰਨਮੈਂਟ ਸੀ ਤੇ ਕਿਸਾਨਾਂ ਨੇ ਆਮ ਇਲੈਕਸ਼ਨ ਦੇ ਵਿੱਚ ਉਹਨੂੰ ਵੋਟ ਨਹੀਂ ਦਿੱਤਾ। ਪਿੰਡਾਂ ਥਾਵਾਂ ਦੇ ਵਿੱਚ ਜਿੱਥੇ ਧੜਿਆਂ ਦੇ ਵੋਟ ਹੁੰਦੇ ਸਨ, ਜਿੱਥੇ ਬਰਾਦਰੀ ਦੇ ਵੋਟ ਹੁੰਦੇ ਸਨ, ਜਿੱਥੇ ਚੌਧਰੀ ਦਾ ਤੇ ਵੱਡੇ ਕਿਸੇ ਵਡੇਰੇ ਦੇ ਕਹਿਣ ਕਹਾਉਣ ਤੇ ਲੋਕ ਵੋਟ ਦੇ ਦਿੰਦੇ ਸਨ, ਐਤਕੀ ਲੋਕਾਂ ਨੇ ਉਹਦੇ ਕਹਿਣ ਤੇ ਵੋਟ ਨਹੀਂ ਦਿੱਤਾ। ਉਹ ਇਸ ਵਾਸਤੇ ਕਿ ਜਦੋਂ ਪੀਡੀਐਮ ਦੀ ਗਵਰਨਮੈਂਟ ਆਈ ਤੇ ਇਹਨਾਂ ਨੇ ਪਿਛਲੀ ਹਕੂਮਤ ਦੇ ਜਿਹੜੀਆਂ ਰਿਆਇਤਾਂ ਦਿੱਤੀਆਂ ਹੋਈਆਂ ਸੀ ਕਿਸਾਨਾਂ ਨੂੰ ਉਹ ਖੋਹ ਲਈਆਂ, ਔਰ ਕਿਸਾਨਾਂ ਨੂੰ ਜਦੋਂ ਕੀਮਤਾਂ ਘੱਟ ਮਿਲੀਆਂ ਉਹਨਾਂ ਦੀਆਂ ਜਨਾਸ ਦੀਆਂ, ਉਹਨਾਂ ਦੇ ਉੱਤੇ ਟੈਕਸਿਸ ਵਧੇ, ਖਰਚੇ ਵਧੇ ਤੇ ਕਿਸਾਨਾਂ ਨੇ ਇਹਨਾਂ ਦੇ ਖਿਲਾਫ ਵੋਟ ਦਿੱਤਾ। ਮੈਨੂੰ ਲੱਗਦਾ ਹੈ ਕਿ ਜਿਵੇਂ ਇਹ ਗਵਰਨਮੈਂਟ ਸ਼ਾਇਦ ਉਹਦੇ ਜ਼ਿਹਨ 'ਚ ਕਿਤੇ ਬੈਠੀ ਹੋਈ ਹੈ ਗੱਲ ਕਿ ਕਿਸਾਨਾਂ ਨੂੰ ਜ਼ਰਾ ਦਬਾਇਆ ਜਾਵੇ। ਪਰ ਕੀ ਇਹ ਦਬਾਉਣ ਦੇ ਨਾਲ ਕੋਈ ਇਲਾਜ ਨਿਕਲੇਗਾ, ਕੋਈ ਉਪਾਅ ਹੋਵੇਗਾ? ਗਵਰਨਮੈਂਟ ਪਪੂਲਰ ਹੋ ਜਾਏਗੀ ਜਾਂ ਗਵਰਨਮੈਂਟ ਦੀ ਮਾਲੀ ਤੇ ਮਾਸ਼ੀ ਮੁਸ਼ਕਲਾਤ ਘੱਟ ਹੋ ਜਾਣਗੀਆਂ? ਮੇਰਾ ਖਿਆਲ ਹੈ ਹੋਰ ਵਧਣਗੀਆਂ। ਸਾਡੇ ਮੁਲਕ ਦੀ ਯਾਦ ਰੱਖੋ ਬੁਨਿਆਦ ਜਿਹੜੀ ਉਹ ਜ਼ਰਾਅਤ ਹੈ। ਇਹ ਇੱਥੇ ਅਮਨ ਤਾਂ ਹੈ, ਲੋਕ ਭੁੱਖੇ ਵੀ ਨੇ, ਲੋਕਾਂ ਦੀਆਂ ਜ਼ਰੂਰਤਾਂ ਬੁਨਿਆਦੀ ਪੂਰੀਆਂ ਨਹੀਂ ਹੋ ਰਹੀਆਂ, ਪਰ ਲੋਕ ਪਤਾ ਕਿਉਂ ਪੁਰਅਮਨ ਨੇ? ਕਿਉਂਕਿ ਉਹਨਾਂ ਨੂੰ ਆਟਾ ਲੱਭ ਜਾਂਦਾ ਮਹਿੰਗਾ ਸਸਤਾ, ਕਿਸੇ ਵੀ ਸ਼ਕਲ 'ਚ ਆਟਾ ਉਹਨਾਂ ਦੀ ਐਕਸੈਸ ਦੇ ਵਿੱਚ ਹੈਗਾ ਵੇ। ਇਹ ਆਟਾ ਜਿੰਨੀ ਦੇਰ ਤੱਕ ਉਹਨਾਂ ਦੀ ਰਸਾਈ 'ਚ ਨਾ ਉਨੀ ਦੇਰ ਤੱਕ ਪਾਕਿਸਤਾਨ ਦੇ ਲੋਕ ਪੁਰਅਮਨ ਨੇ, ਤੇ ਜਿਸ ਦਿਨ ਇਹ ਆਟਾ ਉਹਨਾਂ ਦੀ ਰਸਾਈ ਦੇ ਵਿੱਚ ਨਾ ਰਿਹਾ ਤੇ ਮੇਰਾ ਖਿਆਲ ਹੈ ਕਿ ਇੱਥੇ ਇੱਕ ਖਾਨਾ ਜੰਗੀ ਸ਼ੁਰੂ ਹੋ ਜਾਏ, ਔਰ ਇਹ ਜਿਹੜੇ ਮਹਿਲ ਮਾੜੀਆਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਇਹ ਰਹਿਣੀਆਂ ਨਹੀਂ ਹੈਗੀਆਂ। ਸੋ ਇਹ ਫੈਸਲਾ ਕਰਨ ਵਾਲਿਓ ਜ਼ਰਾ ਧਿਆਨ ਕਰੋ ਤੇ ਕਿਸਾਨਾਂ ਦੀ ਜਿਹੜੀ ਹਾਲਤ ਹੈ ਉਹਦੇ ਤੇ ਗੌਰ ਕਰੋ। ਕਿਸਾਨਾਂ ਵਾਸਤੇ ਪਾਲਿਸੀਆਂ ਬਣਾਓ, ਐਸੀਆਂ ਪਾਲਿਸੀਆਂ ਕਿ ਉਹਨਾਂ ਦੇ ਪੈਦਾਵਾਰ ਦੀ ਮੁਨਾਸਬ ਉਹਨਾਂ ਨੂੰ ਕੀਮਤ ਮਿਲੇ, ਔਰ ਉਹ ਆਪਣੇ ਬੱਚਿਆਂ ਨੂੰ ਵੀ ਕਿਸਾਨ ਬਣਾਉਣ। ਹੁਣ ਕੋਈ ਕਿਸਾਨ ਐਸਾ ਨਹੀਂ ਕਿ ਜਿਹੜਾ ਆਪਣੇ ਬੱਚੇ ਨੂੰ ਕਿਸਾਨ ਬਣਾਉਂਦਾ ਹੋਵੇ। ਉਹ ਮਜ਼ਦੂਰੀ ਕਰਨ ਸ਼ਹਿਰਾਂ ਵਿੱਚ ਘੱਲ ਦਿੰਦੇ ਨੇ ਜਾਂ ਫਿਰ 2 ਕਿੱਲੇ ਵੇਚਦੇ ਨੇ ਤੇ ਮੁਲਕੋਂ ਬਾਹਰ ਘੱਲ ਦਿੰਦੇ ਨੇ। ਜਦਕਿ ਸਾਡੇ ਹਮਸਾਏ ਦੇ ਵਿੱਚ ਇੰਜ ਨਹੀਂ ਹੋਇਆ। ਸਾਡੇ ਹਮਸਾਏ ਦੇ ਵਿੱਚ ਵੇਖੋ ਤੁਸੀਂ ਜਾ ਕੇ ਕਿ ਪਰ ਏਕੜ ਜਿਹੜੀ ਫਸਲ ਹੈ ਸਾਡੇ ਨਾਲੋਂ 2 ਗੁਣਾ ਹੈ। ਸਾਡੇ ਇੱਥੇ ਬੜੀ ਕਣਕ ਚੰਗੀ ਹੋਵੇ ਤੇ 40 ਮਣ ਫੀ ਏਕੜ ਹੁੰਦੀ, ਤੇ ਉੱਥੇ ਜਨਾਬ 80-80 ਮਣ ਫੀ ਏਕੜ ਕਣਕ ਹੋ। ਸਾਡਾ ਜਿਹੜਾ ਕਮਾਦ ਹੈ ਇੱਥੇ ਉਹ ਮੁਸ਼ਕਲ ਨਾਲ 6 ਫੁੱਟ ਦਾ ਹੁੰਦਾ, 7 ਫੁੱਟ ਦਾ ਹੁੰਦਾ। ਉਹਨਾਂ ਨੇ ਐਸੀਆਂ
ਵੈਰਾਈਟੀਆਂ ਉੱਥੇ ਇਸਤੇਮਾਲ ਕਰਦੇ ਪਏ ਨੇ, ਕਾਸ਼ ਕਰਦੇ ਪਏ ਨੇ, ਜਦੋਂ 20-20 ਫੁੱਟ ਦੇ ਗੰਨੇ ਹੁੰਦੇ ਨੇ, ਯਾਨੀ 1 ਏਕੜ 'ਚ ਸਾਡੇ ਨਾਲੋਂ ਦੋਗੁਣਾ ਤਿਗਣਾ ਪੈਦਾਵਾਰ ਲੈ ਰਹੇ ਨੇ। ਇੰਝ ਹੀ ਸਬਜ਼ੀਆਂ ਦੀ ਹਾਲਤ, ਇੰਝ ਹੀ ਪੋਲਟਰੀ ਦੀ ਹਾਲਤ, ਕਿਹੜੀ ਗੱਲ ਦੀ ਤੁਸੀਂ ਕਰੋ। ਤੇ ਸੌ ਜਨਾਬ, ਇਹ ਸਿਰਫ ਜਿਹੜੀਆਂ ਬਰਾਬਰੀਆਂ ਹੁੰਦੀਆਂ ਨੇ ਨਾ, ਇਹ ਲੜਾਈ ਝਗੜੇ 'ਚ ਹੀ ਨਹੀਂ ਹੁੰਦੀਆਂ, ਇਹ ਫੂਡ ਸਿਕਿਉਰਿਟੀ ਦੇ ਵਿੱਚ ਵੀ ਹੁੰਦੀਆਂ ਨੇ। ਤੇ ਪਾਕਿਸਤਾਨ ਦੀ ਹਕੂਮਤ ਨੂੰ ਚਾਹੀਦਾ ਹੈ ਕਿ ਇੱਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਹਾਲਤ ਬਿਹਤਰ ਬਣਾਵੇ। ਇਸ ਪੂਰੇ ਰੀਜਨ ਦੇ ਵਿੱਚ ਇਹਨਾਂ ਕਿਸਾਨਾਂ ਦੀ, ਸਾਡਿਆਂ ਦੀ ਹਾਲਤ ਖਰਾਬ ਹੈ। ਔਰ ਜੇ ਕਿਸਾਨਾਂ ਦੀ ਹਾਲਤ ਬਿਹਤਰ ਵੱਲ ਬਣਾਉਣ ਤੇ ਜ਼ਰਾਤ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਨਾ ਕੀਤੀ ਗਈ ਤੇ ਫਿਰ ਜਿਵੇਂ ਮੈਂ ਦੱਸਿਆ ਕਿ ਹਾਲਾਤ ਮਾੜੇ ਹੋ ਜਾਣ।